Niranjan Outlook। ਆਸਾ ਮਹਿਲਾ ਚੌਥਾ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗੰਮ ਅਪਾਰਾ। ਪੁਰਖ ਸ਼ਬਦ ਦਾ ਆਪਣੇ ਆਪ ਦੇ ਵਿੱਚ ਹੀ ਅਰਥ ਹੈ ਜੋ ਹਰੇਕ ਸਰੀਰ ਵਿੱਚ ਵਿਆਪਕ ਹੈ, ਤੇ ਨਿਰੰਜਨ ਤੋਂ ਭਾਵ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਉਹ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਉਹ ਪਰਮਾਤਮਾ ਜੋ ਸਭ ਜੀਵਾਂ ਦੇ ਵਿੱਚ ਵਿਆਪਕ ਹੈ। ਹਰ ਅਗਮਾ ਅਗੰਮ ਅਪਾਰਾ, ਉਹ ਅਪਹੁੰਚ ਵੀ ਹੈ ਤੇ ਬੇਅੰਤ ਵੀ ਹੈ। ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਹੇ ਸਦਾ ਕਾਇਮ ਰਹਿਣ ਵਾਲੇ, ਸੱਚੇ ਤੋਂ ਭਾਵ ਸਦਾ ਕਾਇਮ ਰਹਿਣ ਵਾਲੇ, ਹੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਮਾਤਮਾ, ਸਾਰੇ ਜੀਵ ਹੀ ਤੈਨੂੰ ਸਿਮਰਦੇ ਹਨ। ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਸਾਰੇ ਹੀ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਤੇ ਤੂੰ ਹੀ ਸਾਰੇ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ, ਦਾਤਾਂ ਦੇਣ ਵਾਲਾ ਹੈ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨਹਾਰਾ। ਹੇ ਸੰਤ ਜਨੋ, ਉਸ ਪ੍ਰਭੂ ਨੂੰ ਸਿਮਰੋ, ਉਹ ਪ੍ਰਭੂ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰ। ਕਿਉਂਕਿ ਪ੍ਰਮਾਤਮਾ ਸਾਰੇ ਹੀ ਸਰੀਰਾਂ ਦੇ ਵਿੱਚ ਇੱਕ ਸਾਰ ਵਸਦਾ ਹੈ, ਇਸ ਲਈ ਠਾਕੁਰ ਵੀ ਉਹ ਹੈ ਤੇ ਸੇਵਕ ਵੀ ਉਹ ਹੈ, ਮਾਲਕ ਵੀ ਉਹੀ ਹੈ ਤੇ ਨੌਕਰ ਵੀ ਉਹੀ ਹੈ। ਕਿਉਂਕਿ ਮਾਲਕ ਦੇ ਵਿੱਚ ਵੀ ਉਹੀ ਪ੍ਰਮਾਤਮਾ ਦਾ ਵਾਸ ਹੈ, ਨੌਕਰ ਦੇ ਵਿੱਚ ਵੀ ਉਹੀ ਪ੍ਰਮਾਤਮਾ ਦਾ ਵਾਸ ਹੈ। ਹੇ ਨਾਨਕ, ਜੀਵ ਵਿਚਾਰੇ ਕੀ ਹਨ, ਕਿਆ ਨਾਨਕ ਜੰਤ ਵਿਚਾਰਾ। ਭਾਵ ਕਿ ਪਰਮਾਤਮਾ ਤੋਂ ਬਿਨਾਂ ਜੀਵਾਂ ਦੀ ਕੋਈ ਹਸਤੀ ਨਹੀਂ। ਜੇ ਜੀਵਾਂ ਦੇ ਵਿੱਚ ਪਰਮਾਤਮਾ ਨਾ ਹੋਵੇ ਤੇ ਜੀਵਾਂ ਦੀ ਆਪਣੀ ਕੋਈ ਹਸਤੀ ਨਹੀਂ। ਜੇ ਜੀਵਾਂ ਦੇ ਸਿਰ ਤੇ ਪਰਮਾਤਮਾ ਨਾ ਹੋਵੇ, ਜੀਵਾਂ ਦੀ ਰੱਖਿਆ ਕਰਨ ਵਾਲਾ ਪਰਮਾਤਮਾ ਨਾ ਹੋਵੇ ਤੇ ਜੀਵਾਂ ਦੀ ਆਪਣੀ ਕੋਈ ਹਸਤੀ ਨਹੀਂ। ਉਹ ਆਪਣੇ ਆਪ ਹੀ ਹੋਂਦ ਦੇ ਵਿੱਚ ਨਹੀਂ ਆ ਸਕਦੇ, ਆਪਣੇ ਆਪ ਹੀ ਜੀਵਤ ਨਹੀਂ ਰਹਿ ਸਕਦੇ। ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇਹ ਪ੍ਰਮਾਤਮਾ ਤੂੰ ਹਰੇਕ ਸਰੀਰ ਦੇ ਵਿੱਚ ਤੇ ਇੱਕ ਸਾਰ ਵਸ ਰਿਹਾ ਹੈ, ਤੇ ਸਾਰੇ ਹੀ ਸਰੀਰਾਂ ਦੇ ਵਿੱਚ ਤੂੰ ਇੱਕ ਹੀ ਹੈ ਜੋ ਵਸ ਰਿਹਾ ਹੈ। ਸਰੀਰ ਵੱਖਰੇ ਵੱਖਰੇ ਨੇ, ਜੀਵ ਵੱਖਰੇ ਵੱਖਰੇ ਨੇ, ਪਰ ਉਹਨਾਂ ਦੇ ਵਿੱਚ ਵਸਣ ਵਾਲਾ ਪ੍ਰਮਾਤਮਾ ਇੱਕ ਹੀ ਹੈ, ਉਹ ਵੱਖਰਾ ਵੱਖਰਾ ਨਹੀਂ ਹੈ। ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੇਰੀ ਬਣਾਈ ਹੋਈ ਇਸ ਸ੍ਰਿਸ਼ਟੀ ਦੇ ਵਿੱਚ ਇੱਕ ਤੇ ਉਹ ਜੀਵ ਹੈ ਜੋ ਦਾਤਾਂ ਵੰਡ ਰਿਹਾ ਹੈ, ਜੋ ਦਾਨ ਕਰ ਰਿਹਾ ਹੈ, ਦਾਨੀ ਪੁਰਸ਼ ਹੈ। ਇੱਕ ਉਹ ਜੀਵ ਵੀ ਹੈ ਜੋ ਭਿਖਾਰੀ ਹੈ, ਭੀਖ ਮੰਗ ਰਿਹਾ ਹੈ। ਗੁਰੂ ਜੀ ਕਹਿੰਦੇ, ਸਭ ਤੇਰੇ ਚੋਜ ਵਿਡਾਣਾ, ਸਭ ਤੇਰਾ ਹੀ ਅਸਚਰਜ ਤਮਾਸ਼ਾ ਹੈ, ਤੇਰੇ ਹੀ ਚੋਜ ਹਨ। ਤੂੰ ਹੀ ਨਿਰਧਾਰਤ ਕਰਦਾ ਹੈ, ਤੂੰ ਹੀ ਇਸ ਸ੍ਰਿਸ਼ਟੀ ਦਾ ਇਹ ਨਿਯਮ ਬਣਾਇਆ ਹੋਇਆ ਹੈ ਕਿ ਵਿੱਚ ਭਿਖਾਰੀ ਵੀ ਰੱਖਣੇ ਨੇ ਤੇ ਵਿੱਚ ਦਾਤੇ ਵੀ ਰੱਖਣੇ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਜੋ ਦਾਨ ਦੇ ਰਿਹਾ ਹੈ ਉਹਦੇ ਵਿੱਚ ਵੀ ਪਰਮਾਤਮਾ ਹੈ, ਜੋ ਭੀਖ ਲੈ ਰਿਹਾ ਹੈ ਜਾਂ ਉਸ ਦਾਨ ਨੂੰ ਲੈ ਰਿਹਾ ਹੈ ਉਹਦੇ ਵਿੱਚ ਵੀ ਪਰਮਾਤਮਾ ਹੈ, ਤੇ ਜੋ ਦਾਨ ਦੇ ਰਿਹਾ ਹੈ ਉਹਨੂੰ ਦੇਣ ਵਾਲਾ ਵੀ ਪਰਮਾਤਮਾ ਹੈ। ਬੰਦੇ ਨੇ ਆਪਣੇ ਆਪ ਤੇ ਸਭ ਕੁਝ ਨਹੀਂ ਬਣਾ ਲਿਆ। ਬੰਦੇ ਨੇ ਤਾਂ ਜੋ ਕੁਝ ਵੀ ਬਣਾਇਆ ਹੈ ਉਹਨਾਂ ਤੱਤਾਂ ਨੂੰ, ਉਹਨਾਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਹੀ ਬਣਾਇਆ ਜੋ ਪਹਿਲਾਂ ਤੋਂ ਮੌਜੂਦ ਸੀ। ਤੇ ਇਹ ਜੋ ਪਹਿਲਾਂ ਤੋਂ ਮੌਜੂਦ ਸੀ ਇਹ ਉਸ ਪਰਮਾਤਮਾ ਨੇ ਹੀ ਮੌਜੂਦ ਕੀਤੀਆਂ ਨੇ। ਇਹ ਤੇ ਹੋ ਸਕਦਾ ਹੈ ਕਿ ਬੰਦੇ ਨੇ ਹਵਾ ਦੇ ਵਿੱਚੋਂ ਆਕਸੀਜਨ ਕੱਢ ਕੇ ਤੇ ਸਿਲੰਡਰਾਂ ਦੇ ਵਿੱਚ ਭਰ ਲਈ ਹੋਵੇ, ਪਰ ਇਹ ਤੇ ਨਹੀਂ ਨਾ ਹੋ ਸਕਦਾ ਕਿ ਉਹ ਹਵਾ ਹੀ ਬੰਦੇ ਨੇ ਬਣਾ ਲਈ ਹੋਵੇ। ਇਹ ਤੇ ਹੋ ਸਕਦਾ ਹੈ ਕਿ ਬੰਦੇ ਨੇ
ਨਦੀਆਂ ਨਹਿਰਾਂ ਬਣਾ ਕੇ ਵੱਖ-ਵੱਖ ਥਾਵਾਂ ਤੇ ਪਾਣੀ ਪਹੁੰਚਾਉਣ ਦਾ ਪ੍ਰਬੰਧ ਕਰ ਲਿਆ ਹੋਵੇ। ਇਹ ਤੇ ਨਹੀਂ ਹੋ ਸਕਦਾ ਨਾ ਕਿ ਨਦੀਆਂ ਨਹਿਰਾਂ ਦੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਉੱਥੇ ਵਰਖਾ ਜਾਂ ਜੋ ਬਰਫ਼ ਪਿਘਲ ਕੇ ਨਦੀਆਂ ਨਹਿਰਾਂ ਦੀ ਸ਼ੁਰੂਆਤ ਹੁੰਦੀ ਹੈ, ਉਹ ਬਰਫ਼ ਤੇ ਉਹ ਵਰਖਾ ਬੰਦੇ ਨੇ ਬਣਾ ਲਈ ਹੋਵੇ। ਨਹੀਂ, ਬੰਦੇ ਨੇ ਤਾਂ ਸਿਰਫ ਪਰਮਾਤਮਾ ਵੱਲੋਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਦੇ ਉੱਪਰ ਕੰਮ ਕਰਕੇ ਉਹਨਾਂ ਨੂੰ ਅੱਗੇ ਹੋਰ ਤਿਆਰ ਕਰ ਲਿਆ, ਤੇ ਉਹਨਾਂ ਨੂੰ ਤਿਆਰ ਕਰਨ ਦੇ ਲਈ ਦਿਮਾਗ, ਸੋਚ, ਇਹ ਵੀ ਪਰਮਾਤਮਾ ਦੀ ਬਖਸ਼ੀ ਹੋਈ ਹੈ। ਤੇ ਜੋ ਕੁਝ ਬੰਦੇ ਨੇ ਬਣਾ ਲਿਆ ਹੈ, ਜਿਸ ਚੀਜ਼ਾਂ ਵਸਤਾਂ ਦਾ ਬੰਦਾ ਆਨੰਦ ਮਾਣਦਾ ਹੈ, ਹੁਣ ਬੰਦੇ ਦੇ ਵਿੱਚ ਵੀ ਤੇ ਪਰਮਾਤਮਾ ਵਸ ਰਿਹਾ ਹੈ, ਤੇ ਉਹਨਾਂ ਵਸਤਾਂ ਚੀਜ਼ਾਂ ਦਾ ਆਨੰਦ ਪਰਮਾਤਮਾ ਵੀ ਮਾਣ ਰਿਹਾ ਹੈ। ਸੋ ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਗੁਰੂ ਜੀ ਕਹਿੰਦੇ ਮੈਂ ਤੇਰੇ ਤੋਂ ਬਿਨਾਂ ਕਿਸੇ ਦੂਸਰੇ ਨੂੰ ਨਹੀਂ ਜਾਣਦਾ ਜੋ ਇੰਨਾ ਤਾਕਤਵਰ ਤੇ ਇੰਨਾ ਅਸਚਰਜ ਹੋਵੇ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਹੇ ਪਾਰ ਬ੍ਰਹਮ, ਤੂੰ ਬੇਅੰਤ ਹੈ, ਤੇਰਾ ਅੰਤ ਜੀਵਾਂ ਦੇ ਵੱਲੋਂ ਪਾਇਆ ਨਹੀਂ ਜਾ ਸਕਦਾ। ਮੈਂ ਤੇਰੇ ਕੀ ਹੀ ਗੁਣ ਆਖ ਕੇ ਦੱਸਾਂ। ਉਹ ਗੁਣ ਇੰਨੇ ਨੇ ਕਿ ਮੇਰੇ ਸ਼ਬਦ, ਮੇਰੀ ਭਾਸ਼ਾ ਛੋਟੀ ਪੈ ਜਾਣੀ ਹੈ। ਤੇਰੇ ਸਾਰੇ ਗੁਣਾਂ ਨੂੰ ਮੈਂ ਬਿਆਨ ਕਰ ਹੀ ਨਹੀਂ ਸਕਦਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਜੋ ਵੀ ਜੀਵ ਤੈਨੂੰ ਸਿਮਰਦੇ ਹਨ, ਤੈਨੂੰ ਸੇਵਦੇ ਹਨ, ਤੇਰਾ ਦਾਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ, ਸਦਕੇ ਜਾਂਦਾ ਹੈ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਜਿਹੜੇ ਜੀਵ ਤੈਨੂੰ ਧਿਆਉਂਦੇ ਹਨ, ਤੈਨੂੰ ਸਿਮਰਦੇ ਹਨ, ਉਹ ਆਪਣੇ ਜੀਵਨ ਦੇ ਵਿੱਚ ਸੁਖੀ ਵਸਦੇ ਹਨ। ਕਿਉਂ? ਕਿਉਂਕਿ ਸੇ ਮੁਕਤ ਭਏ, ਜਿਨ ਹਰ ਧਿਆਇਆ ਜੀਓ, ਤਿਨ ਟੂਟੀ ਜਮ ਕੀ ਫਾਸੀ। ਕਿਉਂਕਿ ਉਹਨਾਂ ਦੇ ਮਾਇਆ ਵਾਲੇ ਸਾਰੇ ਹੀ ਬੰਧਨ ਟੁੱਟ ਜਾਂਦੇ ਹਨ, ਮਾਇਆ ਤੋਂ ਮੁਕਤੀ ਹਾਸਲ ਕਰ ਲੈਂਦੇ ਹਨ, ਖਲਾਸੀ ਪਾ ਲੈਂਦੇ ਹਨ। ਮੌਤ ਦੇ ਡਰ ਵਾਲੀ ਜੋ ਫਾਹੀ ਹੈ, ਜੋ ਹਰ ਜੀਵ ਦੇ ਗਲ ਵਿੱਚ ਲਟਕਦੀ ਹੈ, ਉਹਨਾਂ ਦੀ ਉਹ ਟੁੱਟ ਜਾਂਦੀ ਹੈ। ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿ ਜਾਂਦਾ, ਕਿਉਂਕਿ ਮੌਤ ਵੀ ਉਹਨਾਂ ਨੂੰ ਉਸ ਪਰਮਾਤਮਾ ਦੀ ਰਜ਼ਾ ਲੱਗਦੀ ਹੈ, ਉਸ ਪਰਮਾਤਮਾ ਵੱਲੋਂ ਬਖਸ਼ੀ ਹੋਈ ਇੱਕ ਨਿਆਮਤ ਲੱਗਦੀ ਹੈ। ਜਿਨ ਨਿਰਭਉ ਜਿਨ ਹਰ ਨਿਰਭਉ, ਧਿਆਇਆ ਜੀਓ, ਤਿਨ ਕਾ ਭਉ ਸਭ ਗਵਾਸੀ। ਉਹ ਪਰਮਾਤਮਾ ਜੋ ਨਿਰਭਉ ਹੈ, ਜਿਸ ਨੂੰ ਕਿਸੇ ਦਾ ਵੀ ਡਰ ਨਹੀਂ ਹੈ, ਜਿਹੜੇ ਜੀਵ ਨੇ ਉਸ ਨਿਰਭਉ ਪਰਮਾਤਮਾ ਨੂੰ, ਹਰੀ ਨੂੰ ਧਿਆਇਆ, ਸਿਮਰਿਆ, ਉਹ ਪਰਮਾਤਮਾ ਉਸ ਜੀਵ ਦਾ ਵੀ ਹਰ ਪ੍ਰਕਾਰ ਦਾ ਡਰ ਮੁਕਾ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਉਸ ਜੀਵ ਨੂੰ ਵੀ ਕੋਈ ਡਰ ਨਹੀਂ ਰਹਿ ਜਾਂਦਾ। ਜਿਨ ਸੇਵਿਆ ਮੇਰਾ ਹਰ ਜੀਓ, ਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਨੇ ਵੀ ਮੇਰੇ ਪਿਆਰੇ ਪ੍ਰਮਾਤਮਾ ਨੂੰ ਸਿਮਰਿਆ ਹੈ, ਉਹ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਹੀ ਸਮਾ ਗਏ ਹਨ, ਲੀਨ ਹੋ ਗਏ ਹਨ। ਸੇ ਧਨ ਜਿਨ ਹਰ ਧਿਆਇਆ ਜੀਓ, ਜਨ ਨਾਨਕ ਤਿਨ ਬਲ ਜਾਸੀ। ਉਹ ਭਾਗਾਂ ਵਾਲੇ ਹਨ, ਧਨ ਹਨ ਉਹ ਜੀਵ ਜਿਨ੍ਹਾਂ ਨੇ ਹਰੀ ਨੂੰ ਧਿਆਇਆ। ਦਾਸ ਨਾਨਕ ਉਹਨਾਂ ਤੋਂ ਬਲਹਾਰੇ ਜਾਂਦਾ ਹੈ, ਸਦਕੇ ਜਾਂਦਾ ਹੈ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। हे ਪ੍ਰਮਾਤਮਾ, ਤੇਰੀ ਭਗਤੀ ਦੇ ਭੰਡਾਰ, ਭਗਤੀ ਦੇ ਖਜ਼ਾਨੇ ਬੇਅੰਤ ਹਨ, ਭਰੇ ਪਏ ਹਨ। ਇਹ ਨਹੀਂ ਹੈ ਕਿ ਜੇ ਜੀਵ ਤੇਰੀ ਭਗਤੀ ਕਰੀ ਜਾਣ ਤੇ ਉਹ ਭਗਤੀ ਕਦੇ ਖਤਮ ਹੋ ਜਾਏਗੀ, ਨਹੀਂ। ਭਗਤੀ ਦੇ ਜੋ ਭੰਡਾਰ ਹਨ ਉਹ ਤੇ ਬੇਅੰਤ ਹਨ। ਜੀਵ ਜਦ ਤੱਕ ਚਾਹਣ, ਜਿੰਨਾ ਚਾਹਣ ਤੇਰੀ ਭਗਤੀ ਕਰ ਸਕਦੇ ਹਨ। ਉਹਨਾਂ ਭੰਡਾਰਿਆਂ ਦੇ ਵਿੱਚ ਕਦੇ ਕੋਈ ਕਮੀ ਨਹੀਂ ਆਉਣ ਵਾਲੀ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਇਹ ਪ੍ਰਮਾਤਮਾ, ਤੇਰੇ ਭਗਤ ਤੈਨੂੰ ਸਲਾਹੁੰਦੇ ਹਨ, ਤੇ ਇਹਨਾਂ ਭਗਤਾਂ ਦੀ ਜੋ ਗਿਣਤੀ ਹੈ ਉਹ ਅਨੇਕ ਹੈ ਤੇ ਬੇਅੰਤ ਹੈ, ਅਨੰਤ ਹੈ। ਤੇਰੀ ਅਨੇਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇ ਅਨੇਕਾਂ ਹੀ ਜੀਵ ਤੇਰੀ ਪੂਜਾ ਕਰ ਰਹੇ ਹਨ, ਤੈਨੂੰ ਮਿਲਣ ਦੇ ਲਈ ਤਪ ਆਦਿਕ ਵੀ ਸਾਧ ਰਹੇ ਹਨ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ।
ਤੇ ਅਨੇਕਾਂ ਹੀ ਜੀਵ ਤੈਨੂੰ ਪਾਣ ਦੇ ਲਈ, ਤੈਨੂੰ ਮਿਲਣ ਦੇ ਲਈ ਸਮਿਰਤੀਆਂ, ਸ਼ਾਸਤਰ ਆਦਿਕ ਪੜ੍ਹ ਰਹੇ ਨੇ ਤੇ 6 ਧਾਰਮਿਕ ਕਾਰਜ ਕਰ ਰਹੇ ਨੇ। ਹਿੰਦੂ ਸ਼ਾਸਤਰਾਂ ਦੇ ਵਿੱਚ 27 ਸਮਿਰਤੀਆਂ ਹਨ, 6 ਪ੍ਰਕਾਰ ਦੇ ਸ਼ਾਸਤਰ ਹਨ ਤੇ ਮਨੋ ਸਮਿਰਤੀ ਦੇ ਅਨੁਸਾਰ 6 ਧਾਰਮਿਕ ਕਾਰਜ ਸ੍ਰੇਸ਼ਟ ਮੰਨੇ ਗਏ ਹਨ। ਉਹ ਹਨ ਪੜ੍ਹਨਾ, ਪੜ੍ਹਾਉਣਾ, ਜਗ ਕਰਨਾ, ਜਗ ਕਰਾਉਣਾ, ਦਾਨ ਦੇਣਾ ਤੇ ਦਾਨ ਲੈਣਾ। ਇਹਨਾਂ 6 ਕਾਰਜਾਂ ਦਾ ਇਸ ਪੰਕਤੀ ਦੇ ਵਿੱਚ ਜ਼ਿਕਰ ਹੈ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰਿ ਭਗਵੰਤਾ। ਗੁਰੂ ਜੀ ਕਹਿੰਦੇ ਉਹ ਭਗਤ ਭਲੇ ਹਨ, ਉਹਨਾਂ ਭਗਤਾਂ ਦੇ ਕੀਤੇ ਹੋਏ ਕਾਰਜ ਥਾਂਏ ਪੈਂਦੇ ਹਨ ਜਿਹੜੇ ਮੇਰੇ ਹਰੀ, ਮੇਰੇ ਭਗਵੰਤ ਨੂੰ ਪਿਆਰੇ ਲੱਗਦੇ ਹਨ। ਜਿਹੜੇ ਭਗਤ ਮੇਰੇ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਹਨ ਉਹੀ ਭਗਤ ਭਲੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਬਥੇਰੇ ਲੋਕ ਧਾਰਮਿਕ ਕਾਰਜ ਕਰਦੇ ਹੋਏ ਵੀ ਆਪਣੇ ਜੀਵਨ ਦੇ ਵਿੱਚ ਸੁਖੀ ਨਹੀਂ ਵਸਦੇ। ਪ੍ਰਮਾਤਮਾ ਦੀ ਭਗਤੀ ਕਰਦੇ ਨੇ, ਪੂਜਾ ਕਰਦੇ ਨੇ, ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋ ਸਕਦੇ ਨੇ, ਉਸ ਧਰਮ ਦੇ ਸ਼ਾਸਤਰਾਂ ਦੇ ਅਨੁਸਾਰ, ਉਸ ਧਰਮ ਦੀਆਂ ਵਿਧੀਆਂ ਦੇ ਅਨੁਸਾਰ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹੋ ਸਕਦੇ ਨੇ, ਪੂਜਾ ਕਰਦੇ ਹੋ ਸਕਦੇ ਨੇ, ਪਰ ਇਹ ਸਾਰੇ ਧਾਰਮਿਕ ਕਾਰਜ ਕਰਨ ਦੇ ਬਾਵਜੂਦ ਵੀ ਆਪਣੇ ਜੀਵਨ ਦੇ ਵਿੱਚ ਸੁਖੀ ਨਹੀਂ ਵਸਦੇ। ਕਾਰਨ ਕੀ ਹੈ ਕਿ ਪ੍ਰਮਾਤਮਾ ਨੂੰ ਉਹ ਭਲੇ ਨਹੀਂ ਲੱਗਦੇ ਤੇ ਇਹਦੇ 'ਚ ਉਹਨਾਂ ਦਾ ਕਸੂਰ ਕੋਈ ਨਹੀਂ। ਅਸੀਂ ਨਿਰਧਾਰਤ ਨਹੀਂ ਕਰ ਸਕਦੇ, ਅਸੀਂ ਉਸ ਪ੍ਰਮਾਤਮਾ ਦੇ ਫੈਸਲੇ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਜਿਵੇਂ ਆਪਾਂ ਪਿਛਲੇ ਅੰਗ ਦੀ ਬਾਣੀ ਦੇ ਵਿੱਚ ਪੜ੍ਹਿਆ ਸੀ, ਪ੍ਰਮਾਤਮਾ ਦਾ ਹੁਕਮ ਸਾਡੇ ਤੇ ਚੱਲਦਾ ਹੈ, ਸਾਡਾ ਹੁਕਮ ਪ੍ਰਮਾਤਮਾ ਤੇ ਨਹੀਂ ਚੱਲਦਾ। ਸੋ ਉਹ ਭਲੇ ਹਨ, ਉਹੀ ਭਗਤ ਭਲੇ ਹਨ, ਧਨ ਹਨ ਜੋ ਪ੍ਰਮਾਤਮਾ ਨੂੰ ਚੰਗੇ ਲੱਗ ਜਾਂਦੇ ਹਨ। ਤੇ ਇਹ ਪ੍ਰਮਾਤਮਾ ਦਾ ਚੋਜ ਹੈ, ਪ੍ਰਮਾਤਮਾ ਦਾ ਹੀ ਅਸਚਰਜ ਤਮਾਸ਼ਾ ਹੈ ਕਿ ਕਿਹੜੇ ਉਹਨਾਂ ਨੂੰ, ਉਸ ਪ੍ਰਮਾਤਮਾ ਨੂੰ ਚੰਗੇ ਲੱਗਣੇ ਹਨ ਤੇ ਕਿਹੜੇ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਲਿਖੀ ਗਈ ਪੰਕਤੀ, ਵੈਸੇ ਤੇ ਇਹ ਸਾਰਾ ਸ਼ਬਦ ਹੀ ਤੇ ਉਂਝ ਵੇਖਿਆ ਜਾਵੇ ਤੇ ਸਾਰੀ ਗੁਰਬਾਣੀ ਹੀ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਹੀ ਲਿਖੀ ਗਈ ਹੈ, ਪਰ ਇਸ ਵਾਲੀ ਪੰਕਤੀ ਦਾ ਕੱਲਾ ਕੱਲਾ ਸ਼ਬਦ ਉਸ ਪ੍ਰਮਾਤਮਾ ਦੇ ਇੱਕ ਇੱਕ ਗੁਣ ਨੂੰ ਬਿਆਨ ਕਰ ਰਿਹਾ ਹੈ। ਤੂੰ ਆਦਿ ਤੋਂ ਭਾਵ ਹੇ ਪ੍ਰਮਾਤਮਾ ਤੂੰ ਸਭ ਦਾ ਮੂਲ ਹੈ, ਮੁੱਢ ਹੈ। ਇਸ ਜਗਤ ਦੇ ਵਿੱਚ ਜੋ ਕੁਝ ਵੀ ਸਾਨੂੰ ਦਿਸਦਾ ਪਿਆ ਹੈ ਤੇ ਜਿਸ ਕਾਸੇ ਨੂੰ ਅਸੀਂ ਵੇਖਿਆ ਨਹੀਂ ਪਰ ਪਤਾ ਹੈ ਕਿ ਮੌਜੂਦ ਹੈ, ਸ੍ਰਿਸ਼ਟੀ ਹੈ ਇੰਨੀ ਵੱਡੀ, ਇੰਨੇ ਗ੍ਰਹਿ ਨੇ, ਤਾਰੇ ਨੇ, ਸੂਰਜ ਹੈ, ਚੰਦਰਮਾ ਹੈ, ਗਲੈਕਸੀ ਹੈ ਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਗਲੈਕਸੀਆਂ ਨੇ, ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਕੁ ਸੂਰਜ ਨੇ, ਕਿੰਨੇ ਕੁ ਚੰਦ ਨੇ। ਇਹਨਾਂ ਸਾਰਿਆਂ ਦਾ ਮੁੱਢ ਉਹ ਪ੍ਰਮਾਤਮਾ ਹੈ। ਤੂੰ ਆਦਿ ਤੇ ਪੁਰਖ ਸ਼ਬਦ ਦਾ ਅਰਥ ਆਪਾਂ ਪਹਿਲਾਂ ਵੀ ਕੀਤਾ ਹੈ ਕਿ ਜੋ ਸਭਨਾਂ ਦੇ ਵਿੱਚ ਵਿਆਪਕ ਹੈ। ਅਪਰੰਪਰ ਭਾਵ ਬੇਅੰਤ, ਕਰਤਾ ਜੋ ਸਭ ਨੂੰ ਪੈਦਾ ਕਰਨ ਵਾਲਾ ਹੈ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਹੇ ਪ੍ਰਮਾਤਮਾ ਜੀ, ਪ੍ਰਭੂ ਜੀ, ਤੁਸੀਂ ਸਭ ਦੇ ਮੂਲ ਹੋ, ਸਭਨਾਂ ਦੇ ਵਿੱਚ ਵਿਆਪਕ ਹੋ, ਬੇਅੰਤ ਹੋ ਤੇ ਸਭਨਾਂ ਨੂੰ ਪੈਦਾ ਕਰਨ ਵਾਲੇ ਹੋ। ਤੁਧ ਜੇਵੜ ਅਵਰ ਨਾ ਕੋਈ, ਤੁਹਾਡੇ ਬਰਾਬਰ ਦਾ ਹੋਰ ਕੋਈ ਵੀ ਨਹੀਂ ਹੈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਜੁਗਾਂ ਜੁਗਾਂ ਤੂੰ ਇੱਕ ਹੀ ਹੈ, ਸਦਾ ਤੂੰ ਇੱਕ ਹੀ ਹੈ, ਤੂੰ ਨਿਹਚਲ ਹੈ। ਨਿਹਚਲ ਤੋਂ ਭਾਵ ਨਾ ਹਿੱਲਣ ਵਾਲਾ, ਭਾਵ ਸਦਾ ਥਿਰ ਰਹਿਣ ਵਾਲਾ। ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਸਭ ਦਾ ਪੈਦਾ ਕਰਨ ਵਾਲਾ ਹੈ। ਕਰਤਾ ਸ਼ਬਦ ਫਿਰ ਇਸ ਪੰਕਤੀ ਦੇ ਵਿੱਚ ਵੀ ਆ ਗਿਆ ਹੈ ਤੇ ਸਭਨਾਂ ਦੀ ਸਾਰ ਵੀ ਲੈਂਦਾ ਹੈ। ਜਿੰਨੇ ਵੀ ਜੀਵ ਤੂੰ ਪੈਦਾ ਕਰ ਲਏ ਨੇ ਸਭਨਾਂ ਦੀ ਸਾਰ ਵੀ ਲੈਂਦਾ ਹੈ, ਭਾਵ ਕਿ ਸਭਨਾਂ ਦਾ ਧਿਆਨ ਵੀ ਰੱਖਦਾ ਹੈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ। ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਇਸ ਜਗਤ ਦੇ ਵਿੱਚ ਵਾਪਰਦਾ ਹੈ। ਜੋ ਤੁਸੀਂ ਕਰਦੇ ਹੋ ਪ੍ਰਮਾਤਮਾ ਜੀ, ਇਸ ਜਗਤ ਦੇ ਵਿੱਚ ਉਹੀ ਹੁੰਦਾ ਹੈ।
ਜੀਵਾਂ ਨੂੰ, ਖਾਸ ਕਰਕੇ ਮਨੁੱਖਾਂ ਨੂੰ ਤੇ ਬਹੁਤ ਵੱਡਾ ਭੁਲੇਖਾ ਹੈ ਕਿ ਉਹ ਇਸ ਦੁਨੀਆ ਨੂੰ ਚਲਾ ਰਹੇ ਨੇ, ਕਿ ਉਹਨਾਂ ਦੇ ਕੀਤਿਆਂ ਕੁਝ ਹੋ ਰਿਹਾ ਹੈ। ਅਸਲ ਦੇ ਵਿੱਚ ਕਰਨ ਵਾਲਾ ਤੇ ਤੂੰ ਹੈ ਪ੍ਰਮਾਤਮਾ ਜੀ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਗੋਈ ਤੋਂ ਭਾਵ ਨਾਸ ਕਰਨਾ। ਇਹ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਜੀ ਤੁਸੀਂ ਆਪ ਹੀ ਪੈਦਾ ਕੀਤੀ ਹੈ, ਤੇ ਪੈਦਾ ਕਰਕੇ ਨਾਸ ਕਰਨ ਵਾਲੇ ਵੀ ਤੁਸੀਂ ਆਪ ਹੀ। ਇਹਨੂੰ ਹੋਰ ਕੋਈ ਨਹੀਂ ਨਸ਼ਟ ਕਰ ਸਕਦਾ। ਜਦ ਕਦੇ ਪਹਿਲਾਂ ਇਹ ਸ੍ਰਿਸ਼ਟੀ ਨਸ਼ਟ ਹੋਈ ਹੈ ਜਾਂ ਅੱਗੇ ਇਹ ਨਸ਼ਟ ਹੋਣੀ ਹੈ, ਤੁਸੀਂ ਹੀ ਕਰਨੀ ਹੈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਉਂਦਾ ਹੈ ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 348ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਵੀ ਆਪਾਂ ਸਿਰਫ ਇੱਕ ਹੀ ਸ਼ਬਦ ਪੜ੍ਹਿਆ। ਇਹ ਸ਼ਬਦ ਗੁਰੂ ਰਾਮਦਾਸ ਸਾਹਿਬ ਦੁਆਰਾ ਲਿਖਿਆ ਗਿਆ ਸੀ, ਤੇ ਪੂਰੇ ਸ਼ਬਦ ਦੇ ਵਿੱਚ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਗਈ ਹੈ। ਉਸ ਪ੍ਰਮਾਤਮਾ ਦੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ। ਬਾਰ-ਬਾਰ ਇਹ ਦੱਸਿਆ ਗਿਆ ਹੈ ਕਿ ਅਸੀਂ ਸਾਰੇ ਜੀਵ, ਸਾਰੀ ਸ੍ਰਿਸ਼ਟੀ ਉਸ ਪ੍ਰਮਾਤਮਾ ਵੱਲੋਂ ਉਪਜੀ ਗਈ ਹੈ। ਉਹ ਪ੍ਰਮਾਤਮਾ ਸਭ ਕਾਸੇ ਦਾ ਮੁੱਢ ਹੈ, ਸਭਨਾਂ ਦੇ ਵਿੱਚ ਇੱਕ ਸਾਰ ਵਰਤਦਾ ਹੈ। ਜੋ ਉਹਨੂੰ ਚੰਗਾ ਲੱਗਦਾ ਹੈ ਜਗਤ ਦੇ ਵਿੱਚ ਉਹੀ ਹੁੰਦਾ ਹੈ। ਉਹ ਪ੍ਰਮਾਤਮਾ ਆਪ ਹੀ ਸੇਵਕ ਹੈ, ਆਪ ਹੀ ਠਾਕੁਰ ਹੈ, ਆਪ ਹੀ ਦਾਨ ਦੇਣ ਵਾਲਾ ਹੈ, ਆਪ ਹੀ ਉਸ ਦਾਨ ਨੂੰ ਮੰਨਣ ਵਾਲਾ ਹੈ। ਆਪੇ ਦਾਤਾ ਆਪੇ ਭੁਗਤਾ। ਸਾਰੇ ਜੀਵ ਉਸ ਪ੍ਰਮਾਤਮਾ ਨੂੰ ਧਿਆ ਰਹੇ ਹਨ, ਸਿਮਰ ਰਹੇ ਹਨ। ਕਿਸੇ ਦਾ ਸਿਮਰਨ ਨੇਪਰੇ ਚੜ ਜਾਂਦਾ ਹੈ, ਉਹ ਪ੍ਰਮਾਤਮਾ ਨੂੰ ਚੰਗਾ ਲੱਗ ਜਾਂਦਾ ਹੈ। ਕਿਸੇ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ, ਪਰ ਇਹ ਨਹੀਂ ਕਿ ਪ੍ਰਮਾਤਮਾ ਉਹਨੂੰ ਛੱਡ ਦਿੰਦਾ ਹੈ। ਹਰ ਜੀਵ ਦਾ ਧਿਆਨ ਉਹ ਪ੍ਰਮਾਤਮਾ ਰੱਖ ਰਿਹਾ ਹੈ, ਹਰ ਜੀਵ ਦੀ ਸਾਰ ਉਹ ਪ੍ਰਮਾਤਮਾ ਲੈ ਰਿਹਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜੀਵਾਂ ਦੇ ਜਿਉਣ ਵਾਸਤੇ ਉਸ ਪ੍ਰਮਾਤਮਾ ਨੇ ਬੜੇ ਵਸੀਲੇ ਘੜ ਕੇ ਸਾਨੂੰ ਦੇ ਦਿੱਤੇ ਹਨ। ਜੇ ਉਹ ਵਸੀਲੇ ਨਾ ਹੁੰਦੇ ਤੇ ਅਸੀਂ ਜੀਵਤ ਨਹੀਂ ਰਹਿ ਸਕਦੇ ਸਾਂ। ਪ੍ਰਮਾਤਮਾ ਵੱਲੋਂ ਦਿੱਤੀਆਂ ਬਖਸ਼ਿਸ਼ਾਂ ਦੇ ਉੱਪਰ ਕੰਮ ਕਰਕੇ, ਤੇ ਕੰਮ ਕਰਨ ਦੀ ਬਖਸ਼ਿਸ਼ ਵੀ ਸਾਨੂੰ ਉਸ ਪ੍ਰਮਾਤਮਾ ਨੇ ਹੀ ਦਿੱਤੀ ਹੈ। ਅਸੀਂ ਉਹਨਾਂ ਬਖਸ਼ਿਸ਼ਾਂ ਤੋਂ ਕੁਝ ਹੋਰ ਚੀਜ਼ਾਂ ਤਿਆਰ ਕਰ ਲਈਆਂ। ਸਾਨੂੰ ਕਹਿ ਲਈਏ ਕੱਚੇ ਪਦਾਰਥ ਤੇ ਉਸ ਪ੍ਰਮਾਤਮਾ ਨੇ ਹੀ ਪ੍ਰਦਾਨ ਕੀਤੇ। ਉਹਨਾਂ ਕੱਚੇ ਪਦਾਰਥਾਂ ਤੋਂ ਅਸੀਂ ਹੋਰ ਕਈ ਕੁਝ ਬਣਾ ਲਿਆ, ਪਰ ਉਸ ਬਣਾਉਣ ਦੇ ਲਈ ਜੋ ਸੂਝ ਦਿੱਤੀ ਉਹ ਵੀ ਉਸ ਪ੍ਰਮਾਤਮਾ ਦੀ ਹੀ ਦਿੱਤੀ ਹੋਈ ਹੈ। ਇਹਨਾਂ ਗੱਲਾਂ ਨੂੰ ਯਾਦ ਰੱਖੀਏ, ਉਸ ਪ੍ਰਮਾਤਮਾ ਦਾ ਸਿਮਰਨ ਸਦਾ ਕਰਦੇ ਰਹੀਏ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।